ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਸੁਖਦੀਪ ਕੌਰ ਸੰਧੂ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਪਹਿਲਾਂ ਪੇਸ਼ ਨੇ ਚੋਣਵੀਆਂ ਖਬਰਾਂ। ਅਧਿਆਪਕਾਂ ਦੇ ਧਰਨੇ ਦੇ ਵਿੱਚ ਪਹੁੰਚੇ ਅਰਵਿੰਦ ਕੇਜਰੀਵਾਲ ਆਪ ਦੀ ਸਰਕਾਰ ਆਉਣ ਤੇ ਪੱਕਿਆਂ ਕਰਨ ਦਾ ਕੀਤਾ ਐਲਾਨ। ਕੈਨੇਡਾ ਤੇ ਅਮਰੀਕਾ ਨੇ ਦੱਖਣੀ ਅਫਰੀਕਾ ਦੇਸ਼ਾਂ ਦੇ ਵਿਦੇਸ਼ੀਆਂ ਤੇ ਲਾਈ ਯਾਤਰਾ ਪਾਬੰਦੀ। ਕੇਜਰੀਵਾਲ ਦੇ ਸਿਸੋਦੀਆ ਤੇ ਜੰਮ ਕੇ ਵਰੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਸਿੱਖਿਆ ਪ੍ਰਣਾਲੀ ਨੂੰ ਲੈ ਕੇ ਦਿੱਤੇ ਜਵਾਬ। ਕੇਂਦਰ ਪੰਜਾਬੀ ਲੇਖਕ ਸਭਾ ਦੇ ਵੱਲੋਂ ਕਿਸਾਨੀ ਅੰਦੋਲਨ ਦੇ 1 ਸਾਲ ਪੂਰਾ ਹੋਣ ਤੇ ਹੱਕ ਦੇ ਵਿੱਚ ਕੱਢਿਆ ਗਿਆ ਮਾਰਚ। ਨਵਜੋਤ ਸਿੱਧੂ ਨੇ ਕਿਸਾਨੀ ਅੰਦੋਲਨ ਦੇ ਸ਼ਹੀਦ ਕਿਸਾਨਾਂ ਨੂੰ ਕੀਤਾ ਨਮਨ। ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਪੰਜਾਬ ਦੇ ਵਿੱਚ ਚੋਣ ਮੈਨੀਫੈਸਟੋ ਪੰਜਾਬ ਦੇ ਲੋਕਾਂ ਦੇ ਨਾਲ ਸਲਾਹ ਕਰਕੇ ਬਣਾਏਗੀ ਭਾਜਪਾ। ਹੁਣ ਖਬਰਾਂ ਵਿਸਥਾਰ ਨਾਲ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਦਿੱਲੀ ਦੇ ਮੁੱਖ ਮੰਤਰੀ ਸ਼ਨੀਵਾਰ ਨੂੰ ਮੋਹਾਲੀ ਵਿਖੇ ਕੱਚੇ ਅਧਿਆਪਕਾਂ ਦੇ ਧਰਨੇ ਦੇ ਵਿੱਚ ਸ਼ਾਮਿਲ ਹੋਏ ਨੇ। ਇਸ ਮੌਕੇ ਤੇ ਉਹਨਾਂ ਦੇ ਨਾਲ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਸਮੇਤ ਹੋਰ ਵੀ ਸੀਨੀਅਰ ਪਾਰਟੀ ਆਗੂ ਮੌਜੂਦ ਰਹੇ ਨੇ। ਅਧਿਆਪਕਾਂ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੋਹਾਲੀ ਹਵਾਈ ਅੱਡੇ ਤੋਂ ਇੱਥੇ ਆਉਂਦੇ ਹੋਏ ਉਹਨਾਂ ਨੇ ਰਾਹ ਦੇ ਵਿੱਚ ਦੇਖਿਆ ਕਿ ਚੰਨੀ ਸਰਕਾਰ ਦੇ ਵੱਲੋਂ 36,000 ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਬੋਰਡ ਲਗਾਏ ਹੋਏ ਨੇ। ਉਹਨਾਂ ਨੇ ਕਿਹਾ ਹੈ ਕਿ ਸਰਕਾਰ ਸਰਾਸਰ ਝੂਠ ਬੋਲ ਰਹੀ ਹੈ। ਕੇਜਰੀਵਾਲ ਨੇ ਕਿਹਾ ਹੈ ਕਿ ਪੰਜਾਬ ਦੇ ਵਿੱਚ ਕਈ ਸਕੂਲ ਅਜਿਹੇ ਨੇ ਜਿੱਥੇ ਇੱਕ ਵੀ ਅਧਿਆਪਕ ਨਹੀਂ ਹੈ। ਉਹਨਾਂ ਨੇ ਕਿਹਾ ਹੈ ਕਿ ਸਕੂਲਾਂ ਦੇ ਵਿੱਚ ਪੜ੍ਹਾਈ ਦੇ ਨਾਂ ਤੇ ਕੁਝ ਵੀ ਨਹੀਂ ਹੈ। ਉਹਨਾਂ ਨੇ ਕਿਹਾ ਹੈ ਕਿ ਅਧਿਆਪਕ ਉਹਨਾਂ ਨੂੰ ਇੱਕ ਮੌਕਾ ਦੇ ਕੇ ਦੇਖਣ। ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਜੇਕਰ ਅਸੀਂ ਕੁਝ ਨਹੀਂ ਕਰਦੇ ਤਾਂ ਲੋਕ ਉਹਨਾਂ ਨੂੰ ਅਗਲੀ ਵਾਰ ਬਾਹਰ ਦਾ ਰਾਹ ਦਿਖਾ ਸਕਦੇ ਨੇ। ਕੇਜਰੀਵਾਲ ਨੇ ਕਿਹਾ ਹੈ ਕਿ ਦਿੱਲੀ ਦੇ ਵਿੱਚ ਸਾਡਾ ਸਭ ਤੋਂ ਵੱਡਾ ਮੁੱਦਾ ਸਿੱਖਿਆ ਦਾ ਹੈ। ਉਹਨਾਂ ਨੇ ਦੱਸਿਆ ਕਿ ਜਿਸ ਵੀ ਸੂਬੇ ਦੇ ਵਿੱਚ ਅਸੀਂ ਸਰਕਾਰ ਬਣਾਵਾਂਗੇ ਸਭ ਤੋਂ ਪਹਿਲਾਂ ਉੱਥੇ ਸਿੱਖਿਆ ਦਾ ਪੱਧਰ ਠੀਕ ਕਰਾਂਗੇ ਅਤੇ ਇਹ ਸਭ ਅਧਿਆਪਕਾਂ ਨੂੰ ਖੁਸ਼ ਕੀਤੇ ਬਿਨਾਂ ਨਹੀਂ ਹੋ ਸਕਦਾ। ਉਹਨਾਂ ਨੇ ਕਿਹਾ ਕਿ ਜੇਕਰ ਅਧਿਆਪਕ ਦੁਖੀ ਰਹਿਣਗੇ ਤਾਂ ਜਮਾਤ ਦੇ ਵਿੱਚ ਪੜ੍ਹਾ ਨਹੀਂ ਸਕਣਗੇ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਅਧਿਆਪਕਾਂ ਨੂੰ ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਟ੍ਰੇਨਿੰਗ ਕਰਨ ਦੇ ਲਈ ਭੇਜਿਆ ਹੈ ਅਤੇ ਉਹਨਾਂ ਦੀ ਸਰਕਾਰ ਆਉਣ ਤੇ ਪੰਜਾਬ ਦੇ ਵਿੱਚ ਅਧਿਆਪਕਾਂ ਦੇ ਹਰ ਤਰ੍ਹਾਂ ਦੇ ਮਸਲੇ ਹੱਲ ਕੀਤੇ ਜਾਣਗੇ। उसके पहले एक बात आप लोगों से पूछना चाहता हूं। अभी मैं एयरपोर्ट से आ रहा था। मैं दिल्ली से आया, सीधा चंडीगढ़ एयरपोर्ट पे उतरा, वहां से सीधा आपके धरने पे आया हूं। अभी जब एयरपोर्ट से आ रहा था तो दो कदम पे होर्डिंग लगे हुए थे चन्नी साहब के। उसमें लिखा हुआ था कि हमने 36,000 कच्चे कर्मचारी पक्के कर दिए। तो उसमें आप में से भी कई सारे पक्के हुए होंगे। कोई पक्का नहीं किया तो वो झूठ बोल रहे हैं। क्योंकि मेरे पास अभी थोड़े दिन पहले पंजाब के सफाई कर्मचारी भी आए थे। 36 बंदे भी नहीं हुए। 36 बंदे भी नहीं हुए। वो सफाई कर्मचारी कह रहे थे जी हमारे को पक्का नहीं कर रहे। तो मैंने कहा जी चन्नी साहब कह रहे हैं 36,000 कर्मचारी पक्के कर दिए। बोले जी हमारा एक भी नहीं करा। तो मैं सोच रहा था कि इतने बड़े बड़े होर्डिंग लगा रखे हैं कि 36,000 कर्मचारी पक्के कर दिए, उसमें ना तो कोई टीचर हुआ ना कोई सफाई कर्मचारी हुआ। तो वो 36,000 सफाई कर्मचारी कौन से पक्के किए? मेरे तो झूठ बोल रहे हैं इसका मतलब। दोस्तों मैं अभी यहाँ पे बैठ के आपके नेताओं की सारी बातें सुन रहा था। एक बार आज मैं आपको कह के जा रहा हूँ, क्योंकि जैसे हमने दिल्ली में हमारा सबसे बड़ा मुद्दा शिक्षा है आम आदमी पार्टी का। हम भी आंदोलन से निकले हुए हैं, आपकी तरह हम लोग आंदोलन से निकले हुए हैं। सबसे बड़ा मुद्दा शिक्षा है कि जिस भी स्टेट में जाके हम सरकार बनाएंगे सबसे पहले स्कूल ठीक करेंगे, कॉलेज ठीक करेंगे। तो वो हम आपको खुश किए बिना कर ही नहीं सकते। अगर आपके मन में दर्द रहेगा, अगर आप दुखी रहोगे तो आप क्लास में नहीं पढ़ा सकते। जब तक हम आपके अंदर भावना ना भरें। दिल्ली के टीचरों को हमने फॉरेन भेजा है ट्रेनिंग करने के लिए। हमारे टीचर कनाडा जाते हैं, इंग्लैंड जाते हैं, अमेरिका जाते हैं, स्विट्जरलैंड जाते हैं, न्यूजीलैंड गए हैं हमारे टीचर ट्रेनिंग करने के लिए। कभी किसी ने सरकारी स्कूल के टीचरों को ट्रेनिंग करने के लिए विदेश भेजा? ਕੈਨੇਡਾ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਹੈ ਕਿ ਉਸਨੇ ਪਿਛਲੇ 10 ਦਿਨਾਂ ਦੇ ਵਿੱਚ ਅਫਰੀਕਾ ਦੇ ਦੱਖਣੀ ਹਿੱਸੇ ਦੀ ਯਾਤਰਾ ਕਰਨ ਵਾਲੇ ਵਿਦੇਸ਼ੀ ਯਾਤਰੀਆਂ ਦੇ ਦਾਖਲੇ ਤੇ ਪਾਬੰਦੀ ਲਗਾ ਦਿੱਤੀ ਹੈ। ਕੈਨੇਡਾ ਨੇ ਇਹ ਫੈਸਲਾ ਨਵੇਂ ਵੇਰੀਐਂਟ ਦੇ ਕੋਰੋਨਾ ਵਾਇਰਸ ਓਮਿਕਰੋਨ ਦੇ ਸਾਹਮਣੇ ਆਉਣ ਤੋਂ ਬਾਅਦ ਲਿਆ ਹੈ। ਸਰਕਾਰੀ ਮੰਤਰੀਆਂ ਨੇ ਇਹ ਵੀ ਕਿਹਾ ਹੈ ਕਿ ਪਿਛਲੇ 14 ਦਿਨਾਂ ਦੇ ਵਿੱਚ ਅਫਰੀਕਾ ਦੇ ਦੱਖਣੀ ਹਿੱਸੇ ਦੀ ਯਾਤਰਾ ਕਰਨ ਵਾਲੇ ਸਾਰੇ ਕੈਨੇਡੀਅਨ ਨਾਗਰਿਕਾਂ ਦੀ ਵੀ ਜਾਂਚ ਕੀਤੀ ਜਾਵੇਗੀ। ਪਿਛਲੇ 14 ਦਿਨਾਂ ਦੇ ਵਿੱਚ ਕੈਨੇਡਾ ਆਉਣ ਵਾਲੇ ਲੋਕਾਂ ਨੂੰ ਵੀ ਆਈਸੋਲੇਸ਼ਨ ਦੇ ਵਿੱਚ ਰਹਿਣਾ ਅਤੇ ਕੋਵਿਡ ਇਨਫੈਕਸ਼ਨ ਦੇ ਲਈ
ਲਈ ਟੈਸਟ ਕਰਾਉਣ ਦੇ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਅਮਰੀਕਾ ਨੇ ਵੀ ਨਵੇਂ ਵੇਰੀਐਂਟ ਦੇ ਫਾਸਲੇ ਦੇ ਮੱਦੇਨਜ਼ਰ ਦੱਖਣੀ ਅਫਰੀਕਾ ਅਤੇ 7 ਹੋਰ ਅਫਰੀਕਾ ਦੇ ਦੇਸ਼ਾਂ ਦੇ ਗੈਰ ਕਾਨੂੰਨੀ ਨਾਗਰਿਕਾਂ ਦੀ ਯਾਤਰਾ ਤੇ ਸੋਮਵਾਰ ਤੋਂ ਪਾਬੰਦੀ ਲਗਾਉਣ ਦਾ ਫੈਸਲਾ ਲਿਆ ਹੈ। ਦੱਸ ਦਈਏ ਕਿ ਵਿਸ਼ਵ ਸਿਹਤ ਸੰਗਠਨ ਦੀ ਇੱਕ ਸਲਾਹਕਾਰ ਕਮੇਟੀ ਨੇ ਦੱਖਣੀ ਅਫਰੀਕਾ ਦੇ ਵਿੱਚ ਪਹਿਲੀ ਵਾਰ ਸਾਹਮਣੇ ਆਏ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਵੈਰੀਐਂਟ ਨੂੰ ਬੇਹੱਦ ਤੇਜ਼ੀ ਦੇ ਨਾਲ ਫੈਲਣ ਵਾਲਾ ਚਿੰਤਾਜਨਕ ਕਿਸਮ ਕਰਾਰ ਦਿੱਤਾ ਹੈ। WHO ਨੇ ਇਸ ਕੋਰੋਨਾ ਦੇ ਨਵੇਂ ਵੈਰੀਐਂਟ ਨੂੰ ਯੂਨਾਨੀ ਅੱਖਰ ਓਮਿਕਰੋਨ ਦਾ ਨਾਮ ਦਿੱਤਾ ਹੈ। ਪੰਜਾਬ ਦੀ ਸਿੱਖਿਆ ਪ੍ਰਣਾਲੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸ਼ੀਸ਼ਾ ਦਿਖਾਉਂਦਿਆਂ ਸਿੱਖਿਆ ਮੰਤਰੀ ਪ੍ਰਗਟ ਸਿੰਘ ਨੇ ਸਪਸ਼ਟ ਕੀਤਾ ਹੈ ਕਿ ਪੰਜਾਬ ਦੇ ਵਿੱਚ 19,377 ਸਕੂਲ ਨੇ, ਜਿਨ੍ਹਾਂ ਦੀ ਦਿੱਲੀ ਦੇ 2,767 ਸਕੂਲਾਂ ਦੇ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ। ਸਿੱਖਿਆ ਮੰਤਰੀ ਨੇ ਅਰਵਿੰਦ ਕੇਜਰੀਵਾਲ ਨੂੰ ਸਸਤੇ ਪ੍ਰਚਾਰ ਦੇ ਹੱਥਕੰਡੇ ਅਪਣਾਉਣ ਦੀ ਬਜਾਏ ਮੁੱਦਿਆਂ ਤੇ ਆਧਾਰਿਤ ਰਾਜਨੀਤੀ ਕਰਨ ਦੀ ਸਲਾਹ ਦਿੱਤੀ ਹੈ। ਇੱਥੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਮੰਤਰੀ ਨੇ ਕਿਹਾ ਹੈ ਕਿ ਪੰਜਾਬ ਵਰਗੇ ਸੰਪੂਰਨ ਸੂਬੇ ਨੂੰ ਦੂਰ ਦੁਰਾਡੇ ਦੇ ਸਕੂਲਾਂ ਦੇ ਨਾਲ ਚਲਾਉਣ ਦੀਆਂ ਪੇਚੀਦਗੀਆਂ ਦਿੱਲੀ ਵਰਗੀ ਸੰਕੁਚਿਤ ਨਗਰਪਾਲਿਕਾ ਤੋਂ ਪੂਰੀ ਤਰ੍ਹਾਂ ਵੱਖਰੀ ਚੁਣੌਤੀ ਹੈ। ਪੰਜਾਬ ਦੇ ਵਿੱਚ ਦਿੱਲੀ ਨਾਲੋਂ 7 ਗੁਣਾ ਜ਼ਿਆਦਾ ਸਕੂਲ ਨੇ। ਉਹਨਾਂ ਨੇ ਵਿਦਿਆਰਥੀਆਂ, ਅਧਿਆਪਕਾਂ, ਪ੍ਰਵਾਸੀ ਭਾਰਤੀਆਂ ਅਤੇ ਪੰਜਾਬ ਦੇ ਨਾਗਰਿਕਾਂ ਨੂੰ ਮੁਬਾਰਕਬਾਦ ਵੀ ਦਿੱਤੀ ਹੈ, ਜਿਨ੍ਹਾਂ ਦੇ ਯਤਨਾਂ ਸਦਕਾ ਪੰਜਾਬ ਨੇ ਨੈਸ਼ਨਲ ਪਰਫਾਰਮੈਂਸ ਗ੍ਰੇਡਿੰਗ ਇੰਡੈਕਸ ਦੇ ਵਿੱਚ ਚੋਟੀ ਦਾ ਸਥਾਨ ਹਾਸਲ ਕੀਤਾ ਹੈ। ਸੂਬਾ ਸਰਕਾਰ ਦੇ ਵੱਲੋਂ ਵਿਦਿਅਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਕੀਤੀਆਂ ਪਹਿਲਕਦਮੀਆਂ ਤੇ ਚਾਨਣਾ ਪਾਉਂਦਿਆਂ ਮੰਤਰੀ ਨੇ ਕਿਹਾ ਹੈ ਕਿ ਵਿਭਾਗ ਦੇ ਵੱਲੋਂ ਸਕੂਲਾਂ ਤੇ ਕਾਲਜਾਂ ਦੇ ਵਿੱਚ ਤਕਰੀਬਨ 20,000 ਅਧਿਆਪਕਾਂ ਦੀ ਭਰਤੀ ਸ਼ੁਰੂ ਕੀਤੀ ਗਈ ਹੈ, ਜੋ ਕਿ ਅਗਲੇ ਮਹੀਨੇ ਤੱਕ ਮੁਕੰਮਲ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਇਸ ਤੋਂ ਇਲਾਵਾ ਰੋਜ਼ਗਾਰ ਦੇ ਵਿੱਚ ਸੁਧਾਰ ਦੇ ਮੰਤਵ ਦੇ ਨਾਲ ਸਿੱਖਿਆ ਨੂੰ ਸਮੇਂ ਦੇ ਹਾਣ ਦੀ ਬਣਾਉਣ ਦੇ ਲਈ ਸੂਬੇ ਦੇ ਚੋਟੀ ਦੇ ਸਿੱਖਿਆ ਸ਼ਾਸਤਰੀਆਂ ਦਾ ਇੱਕ ਮੰਚ ਤਿਆਰ ਕੀਤਾ ਗਿਆ ਹੈ। ਦਿੱਲੀ ਦੇ ਮੁੱਖ ਮੰਤਰੀ ਤੇ ਵਰਦਿਆਂ ਸਰਦਾਰ ਪ੍ਰਗਟ ਸਿੰਘ ਨੇ ਦੋਸ਼ ਲਾਇਆ ਕਿ ਉਹਨਾਂ ਦੀ ਆਮ ਆਦਮੀ ਪਾਰਟੀ ਦੇ ਵੱਲੋਂ ਪੰਜਾਬ ਦੇ ਵਿੱਚ ਨਿਵੇਸ਼ ਕਰਨ ਦੇ ਨਾਂ ਤੇ ਪ੍ਰਵਾਸੀ ਭਾਰਤੀਆਂ ਤੋਂ ਭਾਰੀ ਫੰਡ ਇਕੱਠਾ ਕੀਤਾ ਗਿਆ ਹੈ, ਪਰ ਉਹਨਾਂ ਪੰਜਾਬ ਦੇ ਸਕੂਲਾਂ ਤੇ ਇੱਕ ਪੈਸਾ ਵੀ ਨਹੀਂ ਖਰਚਿਆ ਅਤੇ ਇਸੇ ਤਰ੍ਹਾਂ NRI ਭਰਾਵਾਂ ਦੇ ਨਾਲ ਧੋਖਾ ਕੀਤਾ ਹੈ। ਯਾਰ ਦੇਖੋ ਪਤਾ ਕੀ ਆ ਪ੍ਰੋਬਲਮ ਆਪਣੀ ਕਿੱਥੇ ਆ, ਆਪਾਂ ਸਿਰਫ ਤੇ ਸਿਰਫ ਖਬਰ ਬਣਾਉਨੇ ਆ। ਤੁਸੀਂ ਇਹ ਦੇਖੋ ਗੱਲ ਤਾਂ ਸੁਣੋ ਇੱਕ ਮਿੰਟ। ਡੈਮੋਕ੍ਰੇਸੀ ਦੇ ਵਿੱਚ ਹਰ ਬੰਦੇ ਨੂੰ ਪ੍ਰੋਟੈਸਟ ਕਰਨ ਦਾ ਇੱਕ ਹੱਕ ਹੈ, ਪਰ ਪ੍ਰੋਟੈਸਟ ਇਹ ਵੀ ਨਹੀਂ ਕਰਨ ਦਾ ਹੱਕ ਕਿ ਮੇਰੇ ਘਰੇ ਜਾ ਕੇ ਕੋਈ ਵੜ ਜਾਵੇ। ਮੇਰੇ ਘਰ ਦੇ ਵਿੱਚ ਮੇਰੇ ਆਪਣੇ ਪੇਰੈਂਟਸ ਆ, ਬਜ਼ੁਰਗ ਹੈ, ਬਿਮਾਰ ਰਹਿੰਦੇ ਆ। ਤੁਹਾਨੂੰ ਲੱਗਦਾ ਵੀ ਇਹ ਗੱਲ ਠੀਕ ਹੈ? ਉੱਥੇ ਮਹੱਲੇ ਦੇ ਵਿੱਚ ਹੁਣ ਹੋ ਕੀ ਰਿਹਾ, ਮਹੱਲੇ ਦੇ ਵਿੱਚ ਜਿਹੜੇ ਲੋਕੀ ਰਹਿਣ ਵਾਲੇ ਆ, ਤੁਸੀਂ ਉਹਨਾਂ ਬਾਰੇ ਕਦੀ ਪੁੱਛਿਆ? ਤੁਸੀਂ ਜਾ ਕੇ ਉਹਨਾਂ ਦੀ ਬਾਈਟ ਕਰਕੇ ਦੇਖੋ। ਪਰ ਮੇਰੇ ਕਹਿਣ ਦਾ ਮਤਲਬ ਆ ਮੇਰੇ ਆਫੀਸ਼ੀਅਲ ਚੰਡੀਗੜ੍ਹ ਆਫੀਸ਼ੀਅਲ ਤੇ ਮੇਰੇ ਜਿੱਥੇ ਆਫੀਸ਼ੀਅਲ ਰੈਜ਼ੀਡੈਂਸ ਆ, ਗੱਲ ਤਾਂ ਸੁਣੋ ਯਾਰ, ਤੁਸੀਂ ਮੇਰੀ ਵੀ ਕਿਤੇ ਸਪੋਰਟ ਕਰੋ ਇਸ ਗੱਲ ਲਈ। ਤੁਸੀਂ ਮੇਰੇ ਰੈਜ਼ੀਡੈਂਸ ਤੇ ਉਹਨਾਂ ਨੂੰ ਕਹੋ ਧਰਨਾ ਲਾਓ, ਪਰ ਦੇਖੋ ਲੋਕਾਂ ਦੀਆਂ ਸਮੱਸਿਆਵਾਂ ਦੇਖੋ। ਤੁਸੀਂ ਲੋਕਾਂ ਦੇ ਨੁਮਾਇੰਦੇ ਹੀ ਆ ਨਾ, ਤੁਸੀਂ ਲੋਕਾਂ ਲਈ ਕੰਮ ਕਰਦੇ ਆ। ਤੁਸੀਂ ਜਾਓ ਜਾ ਕੇ ਸਾਰੇ ਆਲੇ ਦੁਆਲੇ ਜਿੰਨੇ ਮਹੱਲੇ ਆ ਉਹਨਾਂ ਨੂੰ ਪੁੱਛ ਕੇ ਦੇਖੋ, ਉੱਥੇ ਜਾ ਕੇ ਦੇਖੋ ਕਿੰਨੀ ਕੁ ਉੱਥੇ ਜਿਹੜੀ ਆ ਆਲੇ ਦੁਆਲੇ ਖਲਾਰਾ ਪਿਆ ਹੋਇਆ। ਕਿਸਾਨੀ ਅੰਦੋਲਨ ਨੂੰ 26 ਨਵੰਬਰ ਨੂੰ ਪੂਰਾ 1 ਸਾਲ ਹੋ ਗਿਆ ਹੈ। ਕੇਂਦਰੀ ਪੰਜਾਬ ਲੇਖਕ ਸਭਾ ਦੇ ਵੱਲੋਂ ਇਸ ਕਿਸਾਨੀ ਅੰਦੋਲਨ ਨੇ 1 ਸਾਲ ਨੂੰ ਸਮਰਪਿਤ ਬਟਾਲਾ ਦੇ ਵਿੱਚ ਸਮਾਗਮ ਕਰਵਾਉਂਦੇ ਹੋਏ ਕਿਸਾਨੀ ਸੰਬੰਧਿਤ ਮੰਗਾਂ ਨੂੰ ਲੈ ਕੇ ਆਵਾਜ਼ ਉਠਾਈ ਹੈ। ਉਸ ਤੋਂ ਬਾਅਦ ਉਹਨਾਂ ਲੇਖਕਾਂ ਅਤੇ ਕਵੀਆਂ ਦੇ ਵੱਲੋਂ ਬਟਾਲਾ ਦੀਆਂ ਸੜਕਾਂ ਦੇ ਉੱਤੇ ਉਤਰ ਕੇ ਮਾਰਚ ਵੀ ਕੱਢਿਆ ਗਿਆ ਹੈ। ਇਸ ਸਮਾਗਮ ਦੇ ਮੌਕੇ ਨਾਮਵਰ ਲੇਖਕ ਡਾਕਟਰ ਅਨੂਪ ਸਿੰਘ ਅਤੇ ਲੇਖਕ ਰਘੁਬੀਰ ਸਿੰਘ ਨੇ ਕਿਹਾ ਹੈ ਕਿ ਕਿਸਾਨੀ ਅੰਦੋਲਨ ਨੂੰ 26 ਨਵੰਬਰ ਨੂੰ ਪੂਰਾ 1 ਸਾਲ ਹੋ ਗਿਆ ਹੈ ਅਤੇ ਇਸ ਅੰਦੋਲਨ ਦੇ ਵਿੱਚ ਉਤਰਾਅ ਚੜ੍ਹਾਅ ਆਏ ਨੇ, ਪਰ ਕਿਸਾਨ ਆਪਣੇ ਹੱਕਾਂ ਦੇ ਲਈ ਡਟੇ ਰਹੇ ਨੇ। ਕਈ ਕਿਸਾਨਾਂ ਨੇ ਆਪਣੀਆਂ ਜਾਨਾਂ ਵੀ ਕੁਰਬਾਨ ਕਰ ਦਿੱਤੀਆਂ ਨੇ। ਇਸ ਅੰਦੋਲਨ ਨੇ ਕੇਂਦਰ ਸਰਕਾਰ ਦਾ ਤਖਤਾ ਹਿਲਾ ਦਿੱਤਾ ਹੈ, ਜਿਸ ਕਾਰਨ ਅਖੀਰ ਕੇਂਦਰ ਸਰਕਾਰ ਨੇ ਇਹਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਕਰ ਦਿੱਤਾ। ਇਸ ਗੱਲ ਦੀ ਖੁਸ਼ੀ ਵੀ ਮਨਾਈ ਗਈ ਹੈ, ਪਰ ਅਜੇ ਵੀ ਖੇਤੀ ਦੇ ਨਾਲ ਜੁੜੀਆਂ ਕਈ ਮੰਗਾਂ ਨੇ ਜੋ ਪੂਰੀਆਂ ਹੋਣੀਆਂ ਬਾਕੀ ਨੇ। ਕਿਸਾਨਾਂ ਦੇ ਲਈ ਬੇਹੱਦ ਜ਼ਰੂਰੀ ਨੇ, ਜਿਨ੍ਹਾਂ ਵਿੱਚੋਂ MSP ਲਾਗੂ ਕਰਨਾ, ਕਿਸਾਨੀ ਅੰਦੋਲਨ ਦੌਰਾਨ ਕਿਸਾਨਾਂ ਉੱਤੇ ਦਰਜ ਹੋਏ ਕੇਸ ਰੱਦ ਕਰਨਾ, ਬਿਜਲੀ ਰੈਗੂਲੇਟਰੀ ਸੋਧ ਬਿੱਲ ਵਾਪਸ ਲੈਣੇ ਅਤੇ ਹਵਾ ਪ੍ਰਦੂਸ਼ਣ ਕਾਨੂੰਨ ਦੇ ਵਿੱਚ ਕਿਸਾਨਾਂ ਨੂੰ ਬਾਹਰ ਰੱਖਣਾ ਵਰਗੀਆਂ ਮੰਗਾਂ। ਜਦੋਂ ਤੱਕ ਇਹ ਮੰਗਾਂ ਸਰਕਾਰਾਂ ਪੂਰੀਆਂ ਨਹੀਂ ਕਰਦੀਆਂ, ਉਦੋਂ ਤੱਕ ਕਿਸਾਨੀ ਅੰਦੋਲਨ ਜਾਰੀ ਰਹੇਗਾ ਤੇ ਇਹ ਅੰਦੋਲਨ ਹਰ ਵਰਗ ਦਾ ਆਪਣਾ ਸੰਘਰਸ਼ ਹੈ। ਇਹ ਜਿਹੜਾ ਅੱਜ ਸਾਡੇ ਲੇਖਕਾਂ ਨੇ ਇੱਥੇ ਇਕੱਠ ਕੀਤਾ, ਇਹ ਸਾਡੇ ਅੰਦੋਲਨ ਦੇ ਸ਼ੁਰੂ ਹੋਣ ਦਾ ਪੂਰਾ ਸਾਲ ਹੋਇਆ ਪੂਰਾ। ਔਰ ਇਹ ਅੰਦੋਲਨ ਸਿਰਫ ਕਿਸਾਨਾਂ ਦਾ ਨਹੀਂ, ਇਹਦੇ 'ਚ ਸਾਰੇ ਲੇਖਕ, ਸੱਭਿਆਚਾਰ ਵਰਕਰ, ਫਿਰ ਕਿਸਾਨ, ਮਜ਼ਦੂਰ ਸਭ ਇਕੱਠੇ, ਸਾਰਾ ਦੇਸ਼ ਇਕੱਠਾ ਹੋਇਆ।
ਤੋ ਅੱਜ ਵੀ ਇੱਕ ਮੁੱਖ ਸਵਾਲ ਜਿਹੜਾ ਇਹ ਆ ਕਿ ਜਦੋਂ ਮੋਦੀ ਨੇ 19 ਤਰੀਕ ਨੂੰ ਆਪੇ ਹੀ ਇੱਕ ਪਾਸਰ ਰਸਤਾ ਅਖਤਿਆਰ ਕਰਕੇ ਕਾਨੂੰਨ ਵਾਪਸੀ ਦਾ ਐਲਾਨ ਕਰ ਦਿੱਤਾ, ਤਾਂ ਹੁਣ ਇਹ ਚਰਚਾ ਵੀ ਇਹ ਉੱਥੇ ਕਿਉਂ ਬੈਠੇ ਹੋਏ। ਸਾਡੀ ਉਹਦੇ ਬਾਰੇ ਬੜੀ ਸਪਸ਼ਟ ਬੇਨਤੀ ਹੈ ਕਿਸਾਨਾਂ ਦੀ ਕਿ ਅਮਲੀ ਤੌਰ 'ਤੇ ਇਸ ਪ੍ਰਧਾਨ ਮੰਤਰੀ ਦਾ ਪ੍ਰਤੀਤ ਬਹੁਤ ਥੱਲੇ ਚਲੀ ਗਈ ਹੋਈ ਆ। ਬਗੈਰ ਉਹ ਪ੍ਰਕਿਰਿਆ ਜਿਹੜੀ ਪਾਰਲੀਮੈਂਟ 'ਚ ਹੋਣੀ ਆ, ਉਹਦੇ ਤੋਂ ਬਗੈਰ ਇਹ ਕਾਨੂੰਨ ਵਾਪਸੀ ਬਾਰੇ ਵੀ ਆਪਾਂ ਭਰੋਸਾ ਨਹੀਂ ਕਰ ਸਕਦੇ। ਤਾਂ ਕਾਨੂੰਨ ਵਾਪਸੀ ਦਾ ਪ੍ਰੋਸੈਸ ਚੱਲ ਰਿਹਾ। ਤਾਂ ਮੇਰੀ ਦੂਜਾ ਪੱਖ ਇਹ ਆ ਕਿ ਜੇ ਇਹ ਕਾਨੂੰਨ ਪੂਰਾ ਵੀ ਹੋ ਜਾਵੇ ਤਦ ਵੀ ਸਾਡੀਆਂ ਕੁਝ ਬੁਨਿਆਦੀ ਮੰਗਾਂ ਹਨ ਜਿਹੜੀਆਂ ਇਸ ਅੰਦੋਲਨ ਦੀਆਂ। ਉਹਨਾਂ 'ਚੋਂ ਕਾਨੂੰਨਾਂ ਦੀ ਵਾਪਸੀ ਵਰਗੀ ਇੱਕ ਮਹੱਤਵਪੂਰਨ ਮੰਗ MSP, ਮਿਨੀਮਮ ਸਪੋਰਟ ਪ੍ਰਾਈਸ ਤੋਂ ਬਗੈਰ ਕਿਸਾਨੀ ਨੂੰ ਰੋਲ ਦਿੱਤਾ ਜਾਏਗਾ ਖੁੱਲ੍ਹੀ ਮੰਡੀ ਦੇ ਅੰਦਰ। ਇਸ ਕਰਕੇ ਮਿਨੀਮਮ ਸਪੋਰਟ ਪ੍ਰਾਈਸ ਇੱਕ ਬੁਨਿਆਦੀ ਮੰਗ ਆ ਔਰ ਇਹ ਮੰਗ ਇਸ ਅੰਦੋਲਨ ਦੇ ਸ਼ੁਰੂਆਤੀ ਮੰਗ ਪੱਤਰਾਂ ਦੇ ਵਿੱਚ ਦਰਜ ਹੈ। ਉਹ ਸਰਕਾਰ ਦੇ ਬੰਦੇ ਝੂਠ ਬੋਲ ਰਿਹਾ, ਪਹਿਲੋਂ ਮੰਗ ਨਹੀਂ ਪਾਈ, ਮੰਗ ਪਹਿਲੋਂ ਹੀ ਸੀ, ਪਹਿਲੀ ਮੀਡੀਆ ਵਿੱਚ ਵੀ ਮੰਗ ਸੀ। ਇੱਕ ਤਾਂ ਇਹ ਆ। ਦੂਜੇ ਨੰਬਰ 'ਤੇ ਆ ਕਿ ਅਗਲੀ ਤੌਰ ਦੇ ਉੱਪਰ ਸਾਡੇ 700 ਤੋਂ ਵੱਧ ਕਿਸਾਨ ਸ਼ਹੀਦ ਹੋ ਗਿਆ। ਕੇਂਦਰ ਦੀ ਸਰਕਾਰ ਉਹਨਾਂ ਨੂੰ ਸ਼ਹੀਦ ਬਣਨ ਲਈ ਤਿਆਰ ਨਹੀਂ, ਸ਼ਹੀਦ ਤੱਕ ਕਿਤੇ ਕਹਿਣਾ ਉਹਨਾਂ ਦਾ ਨਾਂ ਲੈਣ ਤੱਕ ਵੀ ਤਿਆਰ ਨਹੀਂ। ਕਿਸਾਨਾਂ ਨਾਲ ਮੀਟਿੰਗ ਨਹੀਂ ਕਰ ਰਹੀ ਕੋਈ। ਅੱਜ ਬਟਾਲਾ ਵਿੱਚ ਤੁਸੀਂ ਗਾਂਧੀ ਚੌਕ ਪ੍ਰੋਟੈਸਟ ਕਰਨ ਜਾ ਰਹੇ ਹੋ, ਉਹਦੇ ਬਾਰੇ ਦੱਸ ਦਿਓ। ਅੱਜ ਇਹ ਜਿਹੜਾ ਇਹੋ ਹੀ ਆ ਵੀ ਇਹ ਅੱਜ ਸਾਰੇ ਦੇਸ਼ ਦੇ ਅੰਦਰ ਬੁਨਿਆਦੀ ਵੱਡੇ ਇਕੱਠ ਤਾਂ ਹੋਣਗੇ ਦਿੱਲੀ, ਪਰ ਜਿਹੜੇ ਉੱਥੇ ਦਿੱਲੀ ਨਹੀਂ ਗਏ ਉਹ ਇੱਥੇ ਲੋਕਲ ਪੱਧਰ 'ਤੇ ਰੇਲਵੇ ਸਟੇਸ਼ਨਾਂ 'ਤੇ ਜਿੱਥੇ ਮੋਰਚੇ ਚੱਲਦੇ ਆ ਜਾਂ ਜਿੱਥੇ ਵੀ ਇਕੱਠ ਕਰਦੇ ਆ ਉਹਦੇ ਸਮਰਥਨ ਵਿੱਚ। ਔਰ ਇਹ ਐਲਾਨ ਆ ਕਿ ਜਦ ਤੱਕ ਇਹ ਮੰਗਾਂ ਜਿਹੜੀਆਂ ਪੂਰੀਆਂ ਸੁਣ ਲਈਆਂ 6 ਮੰਗਾਂ, ਮਿਨੀਮਮ ਸਪੋਰਟ ਪ੍ਰਾਈਸ ਦੀਆਂ ਮੰਗਾਂ, ਕਿਸਾਨਾਂ ਦੀ ਮੰਗਾਂ, ਲਖੀਮਪੁਰ ਖੀਰੀ ਦੇ ਕਾਤਲਾਂ ਨੂੰ ਸਜ਼ਾਵਾਂ ਦੀਆਂ ਮੰਗਾਂ, ਇਹ ਪੂਰੀਆਂ ਨਹੀਂ ਹੁੰਦੀਆਂ ਇਹ ਅੰਦੋਲਨ ਜਾਰੀ ਰਹੇਗਾ। ਔਰ ਕੇਂਦਰ ਸਰਕਾਰ ਨੂੰ ਸਾਡੀ ਬੇਨਤੀ ਅਪੀਲ ਆ ਕਿ ਉਹ ਲੀਡਰਸ਼ਿਪ ਨੂੰ ਸੱਦ ਕੇ ਮੀਟਿੰਗ ਕਰਕੇ ਇਸ ਗੱਲ ਦਾ ਕੋਈ ਰਾਹ ਕੱਢੇ। ਇਸ ਕਰਕੇ ਕਿਸਾਨ ਲਗਾਤਾਰ ਉੱਥੇ ਬੈਠੇ ਨਹੀਂ ਰਹਿਣਾ ਚਾਹੁੰਦੇ, ਪਰ ਲਾਜ਼ਮੀ ਆਪ ਆਪਣੀਆਂ ਮੰਗਾਂ ਮਨਾਉਣ ਤੋਂ ਬਗੈਰ ਵਾਪਸ ਵੀ ਨਹੀਂ ਆ ਸਕਦੇ। 3 ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਦੌਰਾਨ ਜਾਨ ਗਵਾਉਣ ਵਾਲਿਆਂ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਨਮਨ ਕੀਤਾ ਹੈ। ਸਿੱਧੂ ਨੇ ਕਿਹਾ ਹੈ ਕਿ ਪਗੜੀ ਸੰਭਾਲ ਜੱਟਾਂ ਅੰਦੋਲਨ ਵਾਂਗ ਕਿਸਾਨਾਂ ਦਾ ਇਹ ਅੰਦੋਲਨ ਵੀ ਇਤਿਹਾਸ ਦੇ ਪੰਨਿਆਂ ਤੇ ਅਮਰ ਹੋ ਗਿਆ ਹੈ। ਸਿੱਧੂ ਨੇ ਕਿਹਾ ਹੈ ਕਿ ਇਹ ਅਜਿਹਾ ਅੰਦੋਲਨ ਸਾਬਤ ਹੋਇਆ ਹੈ ਜਿਸ ਨੇ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ ਹੈ ਤੇ ਅਖੀਰ ਵਿੱਚ ਸਰਕਾਰ ਨੂੰ ਝੁਕਣਾ ਹੀ ਪਿਆ। ਉਹਨਾਂ ਨੇ ਕਿਹਾ ਹੈ ਕਿ ਅੱਜ ਕਿਸਾਨ ਰੋਟੀ ਦੀ ਲੜਾਈ ਲੜ ਰਿਹਾ ਹੈ। ਇਹ ਵੀ ਦੱਸਿਆ ਹੈ ਕਿ ਸਿੱਧੂ ਨੇ ਦੱਸਿਆ 2017 ਦੇ ਵਿੱਚ ਬੇਅਦਬੀ ਅਤੇ ਨਸ਼ੇ ਵਰਗੇ ਮੁੱਦਿਆਂ ਤੇ ਵੱਡੇ ਵਾਅਦੇ ਕਰਕੇ ਸਰਕਾਰ ਬਣੀ ਸੀ। ਇਸ ਦੇ ਲਈ ਨਵਾਂ ਮੁੱਖ ਮੰਤਰੀ ਵੀ ਲਗਾਇਆ ਗਿਆ। ਸਿੱਧੂ ਨੇ ਕਿਹਾ ਹੈ ਕਿ ਮਾਨਯੋਗ ਹਾਈ ਕੋਰਟ ਵੀ STF ਦੀ ਰਿਪੋਰਟ ਖੋਲ੍ਹਣ ਦੇ ਹੁਕਮ ਦੇ ਚੁੱਕਾ ਹੈ, ਪਰ ਫਿਰ ਕਿਉਂ ਅਜੇ ਤੱਕ ਇਹ ਰਿਪੋਰਟ ਜਨਤਕ ਨਹੀਂ ਕੀਤੀ ਗਈ ਹੈ। ਇਸ ਦੇ ਨਾਲ ਹੀ ਸਿੱਧੂ ਨੇ ਸਵਾਲ ਚੁੱਕਦਿਆਂ ਇਹ ਵੀ ਆਖਿਆ ਹੈ ਕਿ ਸੁਮੇਧ ਸੈਣੀ ਦੀ ਬਲੈਂਕਟ ਬੇਲ ਦੇ ਖਿਲਾਫ ਅਜੇ ਤੱਕ ਪਟੀਸ਼ਨ ਦਾਇਰ ਕਿਉਂ ਨਹੀਂ ਕੀਤੀ ਗਈ। ਹਾਲਾਂਕਿ ਅੰਤ ਦੇ ਵਿੱਚ ਸਿੱਧੂ ਨੇ ਇਹ ਵੀ ਕਿਹਾ ਹੈ ਕਿ ਹੁਣ ਸਾਡਾ ਹੀ ਮੁੱਖ ਮੰਤਰੀ ਅਤੇ ਵੱਡਾ ਭਰਾ ਉਪ ਮੁੱਖ ਮੰਤਰੀ ਹੈ, ਕਾਰਵਾਈ ਹੋਵੇਗੀ। ਸਭ ਤੋਂ ਪਹਿਲਾਂ ਤੇ ਯਾਰ ਤੂੰ ਪਿੱਛੇ ਕਰ ਲਾ ਥੋੜਾ ਜਿਹਾ ਹੱਥ ਪਿੱਛੇ ਕਰ ਯਾਰ, ਹੱਥ ਪਿੱਛੇ ਕਰ ਲਾ ਦੇ ਉਹ ਯਾਰ ਜਿਹੜੇ ਤਾਰ ਵੜ ਲਓ ਨਾ, ਪ੍ਰੋਪਰ ਕਰ ਲੈ ਯਾਰ। ਕਿਸਾਨ ਭਰਾ ਨੇ ਦਿੱਲੀ ਦੀਆਂ ਬਰੂਹਾਂ ਤੇ ਉਹਨਾਂ ਦਾ ਜਿਹੜਾ ਪਵਿੱਤਰ ਸੰਘਰਸ਼ ਹੈ, ਉਹਦੀ ਦ੍ਰਿੜਤਾ, ਉਹਦੀ ਨਿਸ਼ਠਾ ਔਰ ਉਸ ਸੱਤਿਆਗ੍ਰਹਿ ਨੂੰ ਅੱਜ ਸਾਫਾ ਜ਼ਮੀਨ ਤੇ ਲਾ ਕੇ ਨਮਨ ਕਰਨ ਦਾ ਵਕਤ। ਇੱਕ ਐਸਾ ਸਮਾਜਿਕ ਅੰਦੋਲਨ ਹੈ ਜਿਹਨੇ ਸਭ ਨੂੰ ਜਵਾਬਦੇਹੀ ਬਣਾਇਆ। ਸਰਕਾਰਾਂ ਨੂੰ ਵਕਤ ਪਾਇਆ, ਜ਼ਾਲਮ ਸਰਕਾਰਾਂ ਨੂੰ ਵਕਤ ਪਾਇਆ, ਉਹਨਾਂ ਦਾ ਗੋਡਾ ਲਵਾਇਆ ਔਰ ਇਹ ਦਿਖਾਇਆ ਕਿ ਲੋਕਤੰਤਰ ਦੀ ਤਾਕਤ ਕੀ ਹੁੰਦੀ। ਮੈਂ ਉਹਨਾਂ ਸਾਰੇ ਕਿਸਾਨ ਵੀਰਾਂ ਨੂੰ ਜਿਨ੍ਹਾਂ ਸ਼ਹਾਦਤ ਦਿੱਤੀ ਹੈ ਇਸ ਸੰਘਰਸ਼ ਦੇ ਵਿੱਚ ਨਮਨ ਕਰਦਾ ਔਰ ਇਹ ਕਹਿਣਾ ਕਿ ਉਹਨਾਂ ਨੇ ਸੁਨਹਿਰੇ ਅੱਖਰਾਂ ਦੇ ਵਿੱਚ ਇਸ ਕਿਸਾਨ ਮੋਰਚੇ ਨੂੰ ਇਤਿਹਾਸ ਦੇ ਪੰਨਿਆਂ 'ਚ ਦਰਜ ਕਰਾਇਆ। ਜਿਸ ਤਰ੍ਹਾਂ ਪਗੜੀ ਸੰਭਾਲ ਜੱਟਾ ਅੰਦੋਲਨ ਹੋਇਆ ਸੀ ਔਰ ਉਸ ਅੰਦੋਲਨ ਨੇ ਇੱਕ ਅਮਿਟ ਛਾਪ ਛੱਡੀ ਸੀ, indelible imprints on the sands of time। ਮੈਂ ਅੱਗੇ ਦੇਖ ਸਕਦਾ ਕਿ ਇਹ ਸੰਪੂਰਨ ਜਿੱਤ ਉਸ ਦਿਨ ਹੋਣੀ ਹੈ ਜਿੱਦਣ ਇਹ ਸਮਾਜਿਕ ਅੰਦੋਲਨ, ਔਰ ਕੋਈ ਪੋਲੀਟੀਕਲ ਬੰਦਾ ਇਹਦਾ ਕ੍ਰੈਡਿਟ ਨਾ ਲਵੇ, 1% ਵੀ ਹੈ ਨਹੀਂ,
ਕੇਂਦਰੀ ਰਾਜ ਵਣਜ ਤੇ ਕਾਰੋਬਾਰ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਹੈ ਕਿ ਸਨਅਤ ਵਣਜ ਤੇ ਕਾਰੋਬਾਰ ਨੂੰ ਲਾਭ ਦੇਣ ਦੇ ਲਈ ਕੇਂਦਰ ਸਰਕਾਰ ਨਵੀਆਂ ਨੀਤੀਆਂ ਬਣਾ ਰਹੀ ਹੈ। ਉਹਨਾਂ ਨੇ ਕਿਹਾ ਹੈ ਕਿ ਇਸ ਨੀਤੀ ਨੂੰ ਸਨਅਤਕਾਰਾਂ, ਵਪਾਰੀਆਂ ਤੇ ਕਾਰੋਬਾਰੀਆਂ ਅਤੇ ਉਹਨਾਂ ਦੀ ਐਸੋਸੀਏਸ਼ਨ ਦੇ ਨਾਲ ਵਿਚਾਰਨ ਤੋਂ ਬਾਅਦ ਨਵੇਂ ਸਿਰੇ ਤੋਂ ਲਿਖਿਆ ਜਾਏਗਾ। ਪਾਕਿਸਤਾਨ ਦੇ ਨਾਲ ਲੰਬੇ ਸਮੇਂ ਤੋਂ ਬੰਦ ਚੱਲੇ ਆ ਰਹੇ ਵਪਾਰ ਬਾਰੇ ਪੁੱਛੇ ਜਾਣ ਤੇ ਉਹਨਾਂ ਨੇ ਇੱਕ ਇਕੱਲਾ ਵਪਾਰ ਦੇ ਨਾਲ ਨਹੀਂ, ਦੇਸ਼ ਦੀ ਸੁਰੱਖਿਆ ਦੇ ਨਾਲ ਜੁੜਿਆ ਹੋਇਆ ਮਸਲਾ ਹੈ। ਉਹਨਾਂ ਵਿਸ਼ਵਾਸ ਦਿਵਾਇਆ ਹੈ ਕਿ ਢੁਕਵਾਂ ਸਮਾਂ ਆਉਣ ਤੇ ਪਾਕਿਸਤਾਨ ਦੇ ਨਾਲ ਵਪਾਰ ਜ਼ਰੂਰ ਖੋਲ ਦਿੱਤਾ ਜਾਏਗਾ। ਕਿਸਾਨਾਂ ਦੇ ਮੁੱਦੇ ਤੇ ਗੱਲ ਕਰਦਿਆਂ ਉਹਨਾਂ ਨੇ ਕਿਹਾ ਹੈ ਕਿ 29 ਨਵੰਬਰ ਨੂੰ ਸੰਸਦ ਦਾ ਸੈਸ਼ਨ ਆਰੰਭ ਹੁੰਦੇ ਹੀ ਖੇਤੀ ਕਾਨੂੰਨ ਵਾਪਸ ਲੈਣ ਬਾਰੇ ਸੰਵਿਧਾਨਿਕ ਪ੍ਰਕਿਰਿਆ ਸ਼ੁਰੂ ਹੋ ਜਾਏਗੀ ਅਤੇ ਬਿੱਲ ਵਾਪਸ ਹੋਣ ਦੀ ਸਾਰ ਹੀ ਕਿਸਾਨ ਉੱਠ ਜਾਣਗੇ। ਆਉਂਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਚੋਣ ਗੱਠਜੋੜ ਬਾਰੇ ਪੁੱਛੇ ਜਾਣ ਤੇ ਸੋਮ ਪ੍ਰਕਾਸ਼ ਨੇ ਕਿਹਾ ਹੈ ਕਿ ਕੈਪਟਨ ਖੁਦ ਹੀ ਭਾਜਪਾ ਦੇ ਨਾਲ ਚੋਣ ਗੱਠਜੋੜ ਕਰਨ ਬਾਰੇ ਕਹਿ ਰਹੇ ਨੇ। ਜੇਕਰ ਉਹ ਇਸ ਦੇ ਲਈ ਸਹਿਮਤ ਨੇ ਤਾਂ ਪਾਰਟੀ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਹੈ। ਪੰਜਾਬ ਦੇ ਵਿੱਚ BSF ਦੀ ਕਾਰਵਾਈ ਦਾ ਘੇਰਾ ਵਧਾਉਣ ਦੇ ਬਾਰੇ ਸੋਮ ਪ੍ਰਕਾਸ਼ ਨੇ ਕਿਹਾ ਹੈ ਕਿ ਇਸ ਨੂੰ ਸਿਰਫ ਚੋਣਾਂ ਨੇੜੇ ਆਉਣ ਕਰਕੇ ਸਿਆਸੀ ਮੁੱਦਾ ਬਣਾਇਆ ਜਾ ਰਿਹਾ ਹੈ। BSF ਸਿਰਫ ਤੇ ਸਿਰਫ ਪੰਜਾਬ ਪੁਲਿਸ ਦੀ ਮਦਦ ਕਰੇਗੀ ਅਤੇ ਉਸਨੇ ਖੁਦ ਕੁਝ ਨਹੀਂ ਕਰਨਾ। ਉਹਨਾਂ ਨੇ ਦੱਸਿਆ ਹੈ ਕਿ ਗੁਜਰਾਤ ਤੇ ਰਾਜਸਥਾਨ ਦੇ ਵਿੱਚ ਪਹਿਲਾਂ ਹੀ BSF ਨੂੰ ਇਹ ਅਧਿਕਾਰ ਪ੍ਰਾਪਤ ਨੇ, ਪਰ ਉੱਥੇ ਤੱਕ ਕਦੇ ਕੋਈ ਸਮੱਸਿਆ ਨਹੀਂ ਆਈ। ਦੇਖੋ, ਇਹ ਸਿਰਫ ਚੋਣਾਂ ਨੇੜੇ ਹੋਣ ਕਰਕੇ ਸਿਆਸੀ ਮਸਲਾ ਹੈ। ਗੁਜਰਾਤ 50 ਕਿਲੋਮੀਟਰ ਹੈਗਾ, ਰਾਜਸਥਾਨ 'ਚ ਹੈਗਾ, ਇੱਥੇ ਕੀ ਸਮੱਸਿਆ ਹੈ? ਕਦੇ BSF ਨੇ ਆਪਣੇ ਆਪ ਕੁਝ ਨਹੀਂ ਕਰਨਾ, ਪੁਲਿਸ ਦੀ ਮਦਦ ਕਰਨੀ ਚਾਹੁੰਦੇ ਨੇ, ਇਹ ਕਰਨੀ ਹੈ। ਇਹ ਸਿਰਫ ਚੋਣ ਦੀ ਸਮੱਸਿਆ ਹੈ। ਬਾਰਡਰ ਸਿਕਿਉਰਿਟੀ को कुछ समय आ गई थी ਐਵੇਂ ਕਿਸੇ ਨੂੰ ਤੰਗ ਕਰਨ ਸੀ। ਉਹ ਸਿਰਫ ਤੇ ਸਿਰਫ ਪੁਲਿਸ ਦੀ ਮਦਦ ਕਰਨਗੇ, ਉਹ ਮਦਦ ਕਰਨ ਲਈ ਹੈ, ਹੋਰ ਕੋਈ ਮਸਲਾ ਨਹੀਂ ਹੈ। ਸ਼੍ਰੀ ਮੁਕਤਸਰ ਸਾਹਿਬ ਵਿਖੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਕੱਚੇ ਮੁਲਾਜ਼ਮਾਂ ਦੇ ਜ਼ਬਰਦਸਤੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਰੰਧਾਵਾ ਸ਼ਿਕਾਇਤਾਂ ਨਿਵਾਰਨ ਕਮੇਟੀ ਦੀ ਮੀਟਿੰਗ ਦੇ ਲਈ ਸ਼੍ਰੀ ਮੁਕਤਸਰ ਸਾਹਿਬ ਪਹੁੰਚੇ ਸਨ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਉਪ ਮੁੱਖ ਮੰਤਰੀ ਦੀ ਗੱਡੀ ਰੋਕ ਲਈ ਹੈ ਅਤੇ ਗੱਡੀ ਰੋਕਣ ਤੋਂ ਗੁੱਸੇ ਦੇ ਵਿੱਚ ਲਾਲ ਹੋਏ ਸੁਖਜਿੰਦਰ ਸਿੰਘ ਰੰਧਾਵਾ ਤੇ ਮੰਤਰੀ ਰਾਜਾ ਵੜਿੰਗ ਦੀ ਪ੍ਰਦਰਸ਼ਨਕਾਰੀਆਂ ਦੇ ਨਾਲ ਤਿੱਖੀ ਬਹਿਸ ਹੋ ਗਈ। ਇਸ ਦੌਰਾਨ ਭੜਕੇ ਰੰਧਾਵਾ ਨੇ ਕੁਝ ਮੁਲਾਜ਼ਮਾਂ ਨੂੰ ਸਸਪੈਂਡ ਕਰਨ ਤੇ ਡਿਪਟੀ ਕਮਿਸ਼ਨਰ ਨੂੰ ਹੁਕਮ ਤੱਕ ਵੀ ਦੇ ਦਿੱਤੇ ਨੇ। ਇਸ ਦੌਰਾਨ ਉਹਨਾਂ ਪ੍ਰਦਰਸ਼ਨ ਕਰ ਰਹੇ ਕੱਚੇ ਮੁਲਾਜ਼ਮਾਂ ਦੇ ਵਿਰੋਧ ਨੂੰ ਡਰਾਮਾ ਕਰਾਰ ਦਿੱਤਾ ਹੈ। ਮਾਮਲਾ ਇੰਨਾ ਗਰਮ ਹੋ ਗਿਆ ਕਿ ਡਿਪਟੀ ਉਪ ਮੁੱਖ ਮੰਤਰੀ ਅਤੇ ਰਾਜਾ ਵੜਿੰਗ ਤੂੰ ਤੜਕ ਤੇ ਉਤਰ ਆਏ। ਰਾਜਾ ਵੜਿੰਗ ਨੇ ਪ੍ਰਦਰਸ਼ਨਕਾਰੀਆਂ ਨੂੰ ਪੁੱਛਿਆ ਕਿ ਤੂੰ ਕੀ ਕਰ ਲਵੇਂਗਾ। ਇਸ ਤੋਂ ਬਾਅਦ ਡਿਪਟੀ ਮੁੱਖ ਮੰਤਰੀ ਰੰਧਾਵਾ ਵੀ ਭੜਕ ਗਏ। ਉਹ ਵੀ ਪ੍ਰਦਰਸ਼ਨਕਾਰੀਆਂ ਨੂੰ ਕਹਿਣ ਲੱਗੇ ਕਿ ਕਰ ਲਵੋ ਜੋ ਕਰਨਾ ਹੈ, ਤੂੰ ਮੈਨੂੰ ਡਰਾਏਗਾ। ਇਸ ਤੋਂ ਬਾਅਦ ਪੁਲਿਸ ਨੇ ਵਿੱਚ ਪੈ ਕੇ ਬਚਾਅ ਕੀਤਾ ਹੈ। ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਮੁਕਤਸਰ ਸਾਹਿਬ ਪਹੁੰਚੇ ਤਾਂ ਉੱਥੇ DC ਦਫ਼ਤਰ, NHM ਤੇ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਦੇ ਕੱਚੇ ਮੁਲਾਜ਼ਮਾਂ ਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਸੈਨੀਟੇਸ਼ਨ ਦੇ ਕੁਝ ਕਰਮਚਾਰੀ ਡਿਪਟੀ ਮੁੱਖ ਮੰਤਰੀ ਦੀ ਗੱਡੀ ਦੇ ਅੱਗੇ ਆ ਗਏ। ਇਸ ਤੋਂ ਬਾਅਦ ਮਾਹੌਲ ਗਰਮਾ ਗਿਆ। ਪ੍ਰਦਰਸ਼ਨ ਤੇਰਾ ਹੱਕ ਹੈ, ਖੜ ਕੇ ਨਾਰੇ ਬਾਜੀ। ਤੇਰੇ ਬੰਦੇ ਸਾਡੀ ਗੱਡੀ ਦੇ ਅੱਗੇ ਆ ਕੇ ਜਿਹਨੂੰ ਉਸ ਤੋਂ ਬਾਅਦ ਫਿਰ DC ਹੋ ਜਾਏ, ਅਸੀਂ ਦੋਨੋਂ ਉੱਤਰ ਕੇ ਆ ਗਏ ਹੋਮ ਮਿਨਿਸਟਰ ਦਾ ਤੁਹਾਡੀ ਇੱਜ਼ਤ ਕਰਦੇ ਹਾਂ। ਫਿਰ ਤੁਹਾਡੀ ਡਰਾਮਾ ਨਹੀਂ ਕਰਨਾ। 450 ਡਰਾਮਾ ਸਰਕਾਰ ਨੇ ਕੀਤਾ। ਤੁਸੀਂ ਸਰਕਾਰ ਨੇ 450 ਡਰਾਮਾ ਕੀਤਾ, ਅਸੀਂ ਨਹੀਂ ਕੀਤਾ। ਤੁਸੀਂ ਸਰਕਾਰ ਬਣਨ ਤੋਂ ਪਹਿਲਾਂ ਤੁਸੀਂ ਵਾਅਦਾ ਕੀਤਾ ਸੀ ਡਰਾਮੇ ਕਰੀ ਜਾਂਦੀ ਹੈ। ਤੂੰ ਡਿਪਟੀ ਚੀਫ ਮਿਨਿਸਟਰ ਨੂੰ ਗੱਲ ਨਹੀਂ ਕਰਨਾ, ਤੂੰ ਕਰੇਗਾ ਸਰ। ਅਸੀਂ ਕੀ ਕਰੇਗਾ? 450 ਕੀ ਕਰੇਗਾ? ਮਾਲ ਕਰੀ ਜਾਣਾ ਮੈਂ ਕੀ ਕਰੂੰਗੀ? ਅਸੀਂ ਗੱਲ ਤਾਂ ਕਰਦੇ ਹਾਂ, ਚੱਲੇ ਜਾ ਕਰ ਲੈ ਜੋ ਕਰਨਾ ਹੈ। ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਹੈ ਕਿ ਕਿਸਾਨ ਜਥੇਬੰਦੀਆਂ ਨੇ ਪਰਾਲੀ ਸਾੜਨ ਨੂੰ ਅਪਰਾਧ ਮੁਕਤ ਕਰਨ ਦੀ ਮੰਗ ਕੀਤੀ ਸੀ। ਭਾਰਤ ਸਰਕਾਰ ਨੇ ਇਹ ਵੀ ਮੰਗ ਮੰਨ ਲਈ ਹੈ। ਉਹਨਾਂ ਨੇ ਕਿਹਾ ਹੈ ਕਿ ਕਿਸਾਨ ਜਥੇਬੰਦੀਆਂ ਦੇ ਵੱਲੋਂ ਪਰਾਲੀ ਸਾੜਨ ਨੂੰ ਅਪਰਾਧ ਮੁਕਤ ਕਰਨ ਦੀ ਮੰਗ ਕੀਤੀ ਗਈ ਸੀ। ਭਾਰਤ ਸਰਕਾਰ ਨੇ ਇਹ ਮੰਗ ਹੁਣ ਮੰਨ ਲਈ ਹੈ। ਸੋ ਪਰਾਲੀ ਸਾੜਨ ਨੂੰ ਅਪਰਾਧ ਦੀ ਸ਼੍ਰੇਣੀ ਤੋਂ ਬਾਹਰ ਰੱਖਣ ਦਾ ਫੈਸਲਾ ਸੰਸਦ ਦਾ ਸਰਦਰੁੱਤ ਸੈਸ਼ਨ ਸ਼ੁਰੂ ਹੋਣ ਤੋਂ 2 ਦਿਨ ਪਹਿਲਾਂ ਕੇਂਦਰ ਸਰਕਾਰ ਨੇ ਲਿਆ ਹੈ। ਇਸ ਤੋਂ ਪਹਿਲਾਂ ਤੋਮਰ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਸਲੀ ਵਿਭਿੰਨਤਾ, ਜ਼ੀਰੋ ਬਜਟ ਖੇਤੀ ਅਤੇ MSP ਪ੍ਰਣਾਲੀ ਨੂੰ ਹੋਰ ਪਾਰਦਰਸ਼ੀ ਅਤੇ ਪ੍ਰਭਾਵੀ ਬਣਾਉਣ ਦੇ ਮੁੱਦਿਆਂ ਤੇ ਵਿਚਾਰ ਕਰਨ ਲਈ ਇੱਕ ਕਮੇਟੀ ਦਾ ਗਠਨ ਦਾ ਵੀ ਐਲਾਨ ਕੀਤਾ ਹੈ। ਇਸ ਕਮੇਟੀ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਹੋਣਗੇ। ਉਹਨਾਂ ਨੇ ਕਿਹਾ ਹੈ ਕਿ ਇਸ ਕਮੇਟੀ ਦੇ ਗਠਨ ਦੇ ਨਾਲ ਘੱਟੋ-ਘੱਟ ਸਮਰਥਨ ਮੁੱਲ ਤੇ ਕਿਸਾਨਾਂ ਦੀ ਮੰਗ ਪੂਰੀ ਹੋ ਗਈ ਹੈ। 3 ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਸੰਦਰਭ ਦੇ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਨੇ ਕਿਹਾ ਹੈ ਕਿ ਇਸ ਦੇ ਨਾਲ ਸੰਬੰਧਿਤ ਬਿੱਲ ਸਰਦਰੁੱਤ ਸੈਸ਼ਨ ਦੇ ਪਹਿਲੇ ਦਿਨ ਸੰਸਦ ਦੇ ਵਿੱਚ ਪੇਸ਼ ਕੀਤਾ ਜਾਏਗਾ। तीनों कृषि कानून
रिपील करने की घोषणा के पश्चात मैं समझता हूं कि अब आंदोलन का कोई औचित्य नहीं बनता है। इसलिए मैं किसान संगठन और किसानों को यह निवेदन करना चाहता हूं कि वो अपना आंदोलन समाप्त करें, बड़े मन का परिचय दें और प्रधानमंत्री जी की जो घोषणा है उस घोषणा का आदर करें और अपने अपने घर लौटना सुनिश्चित करें। जहां तक आंदोलन के दौरान केस रजिस्टर्ड का सवाल है, वह राज्य सरकार के अधिकार क्षेत्र का विषय है। राज्य सरकारें केस की गंभीरता को ध्यान में रखते हुए उस पर निर्णय करेगी। मुआवजे का सवाल भी राज्य सरकारों के अधीन है। राज्य सरकारें अपने राज्य की नीति के अनुसार इस पर फैसला करेंगी। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਚੰਡੀਗੜ੍ਹ ਵਿਖੇ ਰੋਸ ਪ੍ਰਗਟਾਉਂਦੇ ਹੋਏ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਲੈ ਲਿਆ। ਦਰਅਸਲ ਸੁਖਬੀਰ ਸਿੰਘ ਬਾਦਲ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਨਸ਼ਿਆਂ ਦੇ ਝੂਠੇ ਕੇਸ ਦੇ ਵਿੱਚ ਫਸਾਉਣ ਦੀ ਕਾਂਗਰਸ ਦੀ ਸਾਜ਼ਿਸ਼ ਦੇ ਖਿਲਾਫ ਰੋਸ ਪ੍ਰਗਟਾਉਣ ਦੇ ਲਈ ਪਾਰਟੀ ਦੀ ਕੋਰ ਕਮੇਟੀ ਦੇ ਮੈਂਬਰਾਂ ਸਮੇਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰਿਹਾਇਸ਼ ਦਾ ਘਿਰਾਓ ਕਰਨ ਜਾ ਰਹੇ ਸਨ। ਇਸ ਦੌਰਾਨ ਉਹਨਾਂ ਨੂੰ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰਿਹਾਇਸ਼ ਦੇ ਬਾਹਰ ਗ੍ਰਿਫਤਾਰੀਆਂ ਦੇਣ ਪੁੱਜੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਦੇ ਵਿੱਚ ਮੁਲਾਜ਼ਮ ਕੱਟੇ ਜਾ ਰਹੇ ਨੇ, ਗਰੀਬ ਤੇ ਕਿਸਾਨ ਕੁੱਟੇ ਜਾ ਰਹੇ ਨੇ, ਪਰ ਉਹਨਾਂ ਤੋਂ ਕੋਈ ਪੁੱਛਗਿੱਛ ਨਹੀਂ ਕੀਤੀ ਜਾ ਰਹੀ। ਉਹਨਾਂ ਨੇ ਕਿਹਾ ਹੈ ਕਿ ਕਾਂਗਰਸ ਪਾਰਟੀ ਨੇ ਅਕਾਲੀ ਵਰਕਰਾਂ ਤੇ ਝੂਠੇ ਕੇਸ ਦਰਜ ਕੀਤੇ ਨੇ, ਹੁਣ ਹਿੰਮਤ ਹੈ ਤਾਂ ਸਾਡੇ ਤੇ ਵੀ ਕੇਸ ਦਰਜ ਕਰਨ। 1 ਮਹੀਨਾ ਇਹਨਾਂ ਦੇ ਕੋਲ ਰਹਿ ਗਿਆ ਹੈ, ਜੋ ਵੀ ਕਰਨਾ ਹੈ ਇਹ ਕਰ ਲੈਣ। ਉਸ ਤੋਂ ਬਾਅਦ ਜੋ ਇਹਨਾਂ ਨੇ ਝੂਠੇ ਕੰਮ ਕੀਤੇ ਨੇ ਉਹਨਾਂ ਦਾ ਇਨਸਾਫ ਜ਼ਰੂਰ ਕੀਤਾ ਜਾਏਗਾ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਬੀਤੇ ਦਿਨ ਕਿਹਾ ਸੀ ਕਿ ਇਸ ਮਗਰੋਂ ਜ਼ਿਲ੍ਹਾ ਪੱਧਰ ਤੇ ਜੇਲ੍ਹ ਭਰੋ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਕਾਂਗਰਸ ਪਾਰਟੀ ਦੇ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਖਿਲਾਫ ਝੂਠਾ ਕੇਸ ਦਰਜ ਕਰਨ ਦੀ ਸਾਜ਼ਿਸ਼ ਬੇਨਕਾਬ ਹੋਣ ਤੋਂ ਬਾਅਦ ਰਚੀ ਗਈ ਦੂਜੀ ਸਾਜ਼ਿਸ਼ ਦੇ ਵੇਰਵੇ ਸਾਂਝੇ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਸਾਡੇ ਕੋਲ ਪੱਕੀ ਖਬਰ ਹੈ ਕਿ ਮੁੱਖ ਮੰਤਰੀ ਨੇ ਡੀਜੀਪੀ ਨੂੰ ਮਜੀਠੀਆ ਦੇ ਖਿਲਾਫ ਝੂਠਾ ਕੇਸ ਦਰਜ ਕਰਨ ਦੀਆਂ ਹਦਾਇਤਾਂ ਦਿੱਤੀਆਂ ਨੇ। ਤੇ ਸਾਰੇ ਸਾਡੇ ਐਮਐਲਏ ਆਏ ਆ, ਜੇ ਕੇਸ ਕਰਨੇ ਅਸੀਂ ਕੇਸ ਕਰਾਉਣ ਆਏ ਆ, ਕਰੋ ਕੇਸ, ਸਾਡੇ ਤੇ ਅਰੈਸਟ ਕਰੋ। ਜੇ ਗ੍ਰਿਫਤਾਰੀ ਨਾਲ ਢਿੱਡ ਭਰਦਾ ਸਿੱਧੂ ਸਾਹਿਬ ਦਾ, ਜੇ ਸਿੱਧੂ ਸਾਹਿਬ ਇੱਕ ਪਾਰਟੀ ਦੇ ਪ੍ਰਧਾਨ ਦਾ ਕੀ ਕਨਸਟੀਟਿਊਸ਼ਨਲ ਰਾਈਟ ਹੈ ਡਾਇਰੈਕਟ ਕਰਨਾ ਕਿ ਇਹਨਾਂ ਦੇ ਪਰਚੇ ਦਿਓ। ਪਰਚਾ ਇੱਕ ਕਨਸਟੀਟਿਊਸ਼ਨ ਦੇ ਤਹਿਤ ਦਿੱਤਾ ਜਾਂਦਾ ਹੈ। ਤੁਸੀਂ ਬਗੈਰ ਕੋਈ ਸਬੂਤ, ਬਗੈਰ ਕੁਝ ਗੱਲ ਤੇ ਪਰਚਾ ਦਿਓਗੇ, ਅਸੀਂ ਸਾਰੀ ਪਾਰਟੀ ਤਿਆਰ ਹੈ। ਨਾਲੇ ਦੂਜੀ ਗੱਲ ਹੈ, ਪਿਛਲੇ 5 ਸਾਲਾਂ 'ਚ ਇਹਨਾਂ ਦੇ ਐਮਐਲਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੇ ਜਿੰਨੇ ਝੂਠੇ ਕੇਸ ਦਿੱਤੇ ਹੈ, ਪਰਮਾਤਮਾ ਮਿਹਰ ਕਰੇ ਮਹੀਨੇ ਬਾਅਦ, 1.5 ਮਹੀਨੇ ਬਾਅਦ ਸਰਕਾਰ ਬਦਲ ਜੇ, ਪਹਿਲੀ ਇਨਕੁਆਇਰੀ ਆਰਡਰ ਕੀਤੀ ਜਾਊਗੀ ਜਿਹੜੇ ਝੂਠੇ ਕੇਸ ਸਾਡੇ ਪੂਰੇ ਪੰਜਾਬ 'ਚ ਕੀਤੇ ਗਏ ਹੈ। ਤੇ ਜਿਹੜੇ ਅਫਸਰ ਨੇ ਕੀਤਾ ਤੇ ਜਿਹੜਾ ਪੋਲੀਟੀਕਲ ਮਾਸਟਰ ਆ ਉਹਨਾਂ ਦਾ ਜਿਹਨੇ ਕਰਾਇਆ, ਉਹ ਦੋਨੋਂ ਹੀ ਪ੍ਰੋਸੀਕਿਊਟ ਹੋਣਗੇ ਤੇ ਜਿਹੜੇ ਅਫਸਰ ਆ ਨੌਕਰੀ ਤੋਂ ਜਾਣਗੇ ਤੇ ਨਾਲੇ ਜਿਹੜੇ ਦੂਜੇ ਆ ਪ੍ਰੋਸੀਕਿਊਟ ਕੀਤੇ ਆ ਜੇਲ੍ਹ ਜਾਣਗੇ, ਕਿਉਂਕਿ ਝੂਠਾ ਕੇਸ ਕਨਸਟੀਟਿਊਸ਼ਨ ਦੇ ਅਗੇਂਸਟ ਹੈ, ਇਲੀਗਲ ਹੈ। ਭਾਵੇਂ ਹੁਣ ਤੁਸੀਂ ਦੇਖ ਲਓ ਇਹਨਾਂ ਦੀ ਜੀ ਦਿਮਾਗ ਫਿਰਿਆ ਪਿਆ ਹੈ ਪੰਜਾਬ ਸਰਕਾਰ ਦਾ। ਪਿਛਲੇ 10 ਦਿਨ ਪਹਿਲੇ, 15 ਦਿਨ ਪਹਿਲੇ ਮੁੱਖ ਮੰਤਰੀ ਨਾਲ ਹੋਮ ਮਿਨਿਸਟਰ ਨਾਲ ਡੀਜੀਪੀ ਨਾਲ ਐਸਆਈਟੀ ਦੀ ਟੀਮ ਬੁਲਾਈ, ਜਿਹੜੀ ਐਸਆਈਟੀ ਦੀ ਟੀਮ ਹਾਈ ਕੋਰਟ ਨੇ ਕਿਹਾ ਇੰਡੀਪੈਂਡੈਂਟ ਹੈ, ਕੋਈ ਪੋਲੀਟੀਕਲ ਇੰਟਰਫੇਰੈਂਸ ਨਹੀਂ ਹੋਣੀ ਚਾਹੀਦੀ। ਆਪਣੇ ਦਫ਼ਤਰ ਬੁਲਾ ਕੇ ਇੱਕ ਸਾਜ਼ਿਸ਼ ਰਚੀ ਗਈ ਝੂਠੇ ਕੇਸ ਦੀ, ਜਿਹੜੀ ਅਸੀਂ ਬੇਨਕਾਬ ਕੀਤੀ। ਕਿਸਾਨ ਅੰਦੋਲਨ ਦੇ ਪੂਰੇ ਹੋਣ ਤੇ ਕਿਸਾਨਾਂ ਦੇ ਵੱਲੋਂ ਵੱਖ-ਵੱਖ ਯੂਨੀਅਨ ਦੇ ਝੰਡਿਆਂ ਦੇ ਨਾਲ ਮੋਰਚਿਆਂ ਦੇ ਉੱਪਰ ਢੋਲ ਢਮੱਕਿਆਂ ਨਾਲ ਗਾਉਂਦੇ ਨੱਚਦੇ ਤੇ ਨਾਅਰੇ ਲਾਉਂਦੇ ਹੋਏ ਕਿਸਾਨ ਪਹੁੰਚੇ ਤੇ ਦੇਸ਼ ਵਿੱਚ ਦਿੱਲੀ ਦੇ ਦਰਵਾਜ਼ੇ ਉੱਪਰ ਨਿਰੋਲ ਆਰਥਿਕ ਮੰਗਾਂ ਨੂੰ ਲੈ ਕੇ ਸ਼ੁਰੂ ਕੀਤੇ ਗਏ ਇਸ ਅੰਦੋਲਨ ਦੀ ਵਰ੍ਹੇਗੰਢ ਮਨਾਈ ਹੈ। ਮੋਰਚਿਆਂ ਦੇ ਉੱਪਰ ਕਿਸਾਨਾਂ ਦੇ ਚਿਹਰਿਆਂ ਤੇ ਸੰਤੁਸ਼ਟੀ ਸੀ ਕਿ ਉਹਨਾਂ ਦੀ ਇਸ ਮਿਹਨਤ ਦੇ ਨਾਲ ਕਾਰਪੋਰੇਟ ਦੇ ਜਬਾੜਿਆਂ ਦੇ ਵਿੱਚ ਜਾਣ ਤੋਂ ਬਚਾਅ ਹੋ ਗਿਆ ਹੈ। ਕਿਸਾਨਾਂ ਨੇ ਦੱਸਿਆ ਹੈ ਕਿ ਉਹ ਕਈ ਮਹੀਨਿਆਂ ਤੋਂ ਇਸ ਮੋਰਚੇ ਦੇ ਨਾਲ ਜੁੜੇ ਰਹੇ ਤੇ ਔਖੀਆਂ ਹਾਲਾਤਾਂ ਦੇ ਵਿੱਚ ਵੀ ਇੱਥੇ ਆਉਣ ਤੋਂ ਪਿੱਛੇ ਨਹੀਂ ਹਟੇ। ਕਈ ਕਿਸਾਨਾਂ ਨੇ ਦੱਸਿਆ ਹੈ ਕਿ ਪਿੱਛੇ ਪਰਿਵਾਰਾਂ ਨੂੰ ਮੁਸ਼ਕਲਾਂ ਆਈਆਂ ਪਰ ਹੌਸਲਾ ਨਹੀਂ ਛੱਡਿਆ। ਉਹ ਇਸ ਅੰਦੋਲਨ ਦੌਰਾਨ ਵਿਛੜ ਗਏ ਕਿਸਾਨਾਂ ਨੂੰ ਯਾਦ ਵੀ ਕਰਦੇ ਨੇ। ਇਸ ਦੌਰਾਨ ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਅਤੇ ਮੈਂਬਰ
9 ਮੈਂਬਰੀ ਕਮੇਟੀ ਦੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡਾਲੇਵਾਲ ਨੇ ਕਿਹਾ ਹੈ ਕਿ ਅਸੀਂ ਪਹਿਲਾਂ ਤੋਂ ਹੀ ਕਹਿੰਦੇ ਆ ਰਹੇ ਹਾਂ ਕਿ ਭਾਜਪਾ ਦੀ ਮੋਦੀ ਸਰਕਾਰ ਇੱਕ ਜ਼ੁਮਲੇਬਾਜ਼ ਸਰਕਾਰ ਹੈ ਤੇ ਇਹਨਾਂ ਦੀ ਕਹਿਣੀ ਅਤੇ ਕਥਨੀ ਦੇ ਵਿੱਚ ਬਹੁਤ ਜ਼ਿਆਦਾ ਅੰਤਰ ਹੈ। ਇਸ ਦੇ ਲਈ ਬੀਕੇਯੂ ਏਕਤਾ ਸਿੱਧੂਪੁਰ ਦਾ ਸ਼ੁਰੂ ਤੋਂ ਹੀ ਸਪਸ਼ਟ ਸਟੈਂਡ ਰਿਹਾ ਹੈ ਕਿ ਅਸੀਂ ਤਿੰਨੇ ਖੇਤੀ ਕਾਨੂੰਨ ਰੱਦ करवाए बिना MSP ਦੀ ਗਰੰਟੀ ਕਾਨੂੰਨ, ਪ੍ਰਣਾਲੀ ਕਾਨੂੰਨ, ਬਿਜਲੀ ਸੋਧ ਕਾਨੂੰਨ, ਇਹਨਾਂ ਸਾਰੇ ਮਾਮਲਿਆਂ ਦਾ हल करवाए बिना बॉर्डर खाली नहीं करांगे। जो MSP का मैटर है, इस पे तरह तरह के भ्रम फैलाए जा रहे हैं, तरह तरह की अफवाहें चल रही हैं। कभी कहा जा रहा है कि पंजाब में तो MSP मिल रही है, पंजाब में जब MSP मिलती है तो पंजाब के लोग शायद दूसरी स्टेट के लोगों का सहयोग नहीं करेंगे, ऐसी भी अफवाहें चल रही हैं। ये बातें बहुत सीरियस है भाइयों। और कभी यहाँ इधर ये भी बात फैलाई जा रही है कि MSP सरकार कैसे दे पाएगी, इस पे भी विचार करेंगे हम। सबसे पहली बात तो मैं ये कहूंगा कि जो ये कहा जा रहा है कि पंजाब में MSP है, इसी बात पे हम चर्चा करेंगे कि पहले देखिए पंजाब में मक्का की MSP 1840 रुपए थी और किसानों को 600, 700, 800 रुपए प्रति क्विंटल मक्का बेचना पड़ा। पहली बात, मूंग की आदेश दिया गया कि सभी किसानों से उनकी जमीन की गिरदावरियां ली जाएं, उनकी जमीन के नंबर लिए जाएं, उनकी जमाबंदियां ली जाएं और उन्हीं के हिसाब से 25 क्विंटल प्रति एकड़ धान की खरीदी की जाएगी। ये आया था सरकार की ओर से। ये तो दो बातें अच्छी रही, एक तो आंदोलन चल रहा था और दूसरा इलेक्शन का साल आ चुका था। इसकी वजह से हम लोगों ने जितना उस पे मांग की रौला पाया, उसकी वजह से आप पंजाब के किसानों का पूरा धान की खरीदी हो पाई। आपने ये भी देखा जिस तरीके से पंजाब में इस बार मंडियां बंद की गई हैं, वो अभी तक आज तक कभी नहीं हुई थी जिस तरीके से इस बार हुई। प्रयास वही था कि किसी न किसी तरीके से पंजाब की धान की कम से कम खरीदी की जाए, मामला यही था। तो मेरा कहने का मतलब ये है भाइयों कि अगर इस बार 25 क्विंटल किया है तो हरियाणा में 20 क्विंटल है, अगली बार पंजाब में भी 20 क्विंटल कर दिया जाएगा, उससे अगले साल पंजाब में 18 क्विंटल कर दिया जाएगा। तो जब ऐसा करने पे सरकार तुड़ी हुई है तो कहाँ पे पंजाब में MSP है? MSP की बहुत जरूरत है पंजाब को भी, और पंजाब के किसानों को भी MSP की जरूरत है, ताकि सभी फसलें 23 फसलों की MSP देती है सरकार। अगर 23 की 23 फसलें MSP पे बिकने का यकीनी हो जाए, कानून बन जाए, तो मैं वायदे से बात करता हूं कि पंजाब का पानी बच सकता है। किसान धान से पीछे हटकर और फसलें की खेती करनी शुरू कर देंगे। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਲਗਾਏ ਦੋਸ਼ਾਂ ਦਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਤਿੱਖਾ ਜਵਾਬ ਦਿੱਤਾ ਹੈ। ਸਿੱਧੂ ਨੇ ਆਖਿਆ ਹੈ ਕਿ ਜੇਕਰ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਕਲੀਨ ਚਿੱਟ ਦੇਣ ਵਾਲੇ DGP ਜਾਂ AG ਦੇ ਨਾਲ ਇੱਕ ਵੀ ਬੰਦ ਕਮਰਾ ਮੀਟਿੰਗ ਕੀਤੀ ਹੋਵੇ ਤਾਂ ਉਹ ਸਿਆਸਤ ਛੱਡ ਦੇਣਗੇ। ਉਹਨਾਂ ਨੇ ਕਿਹਾ ਹੈ ਕਿ ਸੁਖਬੀਰ ਗੱਲਾਂ ਨਾ ਕਰੇ, ਸਬੂਤ ਪੇਸ਼ ਕਰੇ। ਸੁਖਬੀਰ ਬਾਦਲ ਦੇ ਵੱਲੋਂ ਸਿਰਫ ਬੇਬੁਨਿਆਦ ਅਤੇ ਮਨ ਘੜਤ ਦੋਸ਼ ਲਗਾਏ ਜਾ ਰਹੇ ਨੇ। ਉਹਨਾਂ ਨੇ ਕਿਹਾ ਹੈ ਕਿ ਨਾ ਤਾਂ ਮੇਰੀ ਕੋਈ ਬੱਸ ਚੱਲਦੀ ਹੈ ਅਤੇ ਨਾ ਹੀ ਮੇਰੀ ਕੋਈ ਰੇਤ ਦੀ ਖੱਡ ਚੱਲਦੀ ਹੈ। ਉਹਨਾਂ ਨੇ ਕਿਹਾ ਹੈ ਕਿ ਮੈਨੂੰ ਕਿਸੇ ਗ੍ਰਿਫਤਾਰੀ ਦਾ ਡਰ ਨਹੀਂ ਹੈ। ਦੱਸਣਯੋਗ ਹੈ ਕਿ ਸ਼ੁੱਕਰਵਾਰ ਨੂੰ ਸੁਖਬੀਰ ਸਿੰਘ ਬਾਦਲ ਨੇ ਦੋਸ਼ ਲਗਾਉਂਦੇ ਹੋਏ ਕਿਹਾ ਸੀ ਕਿ ਸਿੱਧੂ ਦੇ ਵੱਲੋਂ DGP ਦੇ ਨਾਲ ਮੁਲਾਕਾਤ ਕਰਕੇ ਬਿਕਰਮ ਜੀਠੀਆ ਤੇ ਪਰਚਾ ਦਰਜ ਕਰਨ ਦੇ ਹੁਕਮ ਦਿੱਤੇ ਗਏ ਨੇ। ਆਸਟ੍ਰੇਲੀਆ ਉਡਾਣਾ ਸ਼ੁਰੂ ਹੋਣ ਤੋਂ ਬਾਅਦ ਵਿਦਿਆਰਥੀਆਂ ਦੀਆਂ ਉਮੀਦਾਂ ਨੂੰ ਇੱਕ ਨਵੀਂ ਰਾਹ ਮਿਲ ਗਈ ਹੈ। ਜੋ ਵਿਦਿਆਰਥੀ ਪਹਿਲਾਂ ਕੈਨੇਡਾ ਅਪਲਾਈ ਕਰਨਾ ਚਾਹੁੰਦੇ ਸਨ, ਪਰ ਹੁਣ ਆਸਟ੍ਰੇਲੀਆ ਦੇ ਜ਼ਿਆਦਾਤਰ ਵੀਜ਼ੇ ਨੂੰ ਦੇਖਦੇ ਹੋਏ ਉਹ ਆਪਣੀ ਆਸਟ੍ਰੇਲੀਆ ਫਾਈਲ ਅਪਲਾਈ ਕਰਨਾ ਚਾਹੁੰਦੇ ਨੇ। ਜੋ ਵਿਦਿਆਰਥੀ ਕੋਵਿਡ-19 ਕਰਕੇ ਪਹਿਲਾਂ ਆਸਟ੍ਰੇਲੀਆ ਨਹੀਂ ਜਾ ਸਕੇ, ਉਹਨਾਂ ਦਾ ਵੀਜ਼ਾ ਖਤਮ ਹੋ ਚੁੱਕਾ ਹੈ, ਉਹਨਾਂ ਨੂੰ ਦੁਬਾਰਾ ਵੀਜ਼ਾ ਲੈਣ ਦਾ ਮੌਕਾ ਮਿਲ ਰਿਹਾ ਹੈ ਤਾਂ ਜੋ ਉਹ ਆਸਟ੍ਰੇਲੀਆ ਜਾ ਕੇ ਆਪਣੀ ਪੜ੍ਹਾਈ ਜਾਰੀ ਰੱਖ ਸਕਣ। ਆਸਟ੍ਰੇਲੀਆ 12 ਤੋਂ ਬਾਅਦ ਜੋ ਵਿਦਿਆਰਥੀ ਡਿਪਲੋਮਾ ਦੇ ਲਈ ਜਾਣਾ ਚਾਹੁੰਦੇ ਨੇ, ਉਹਨਾਂ ਨੂੰ ਆਸਟ੍ਰੇਲੀਆ ਜਾਣ ਦਾ ਸੁਨਹਿਰੀ ਮੌਕਾ ਮਿਲ ਰਿਹਾ ਹੈ। ਆਸਟ੍ਰੇਲੀਆ ਦੇਵੇਗਾ 2022 ਦੇ ਵਿੱਚ ਰਿਕਾਰਡ ਤੋੜ ਸਟੱਡੀ ਵੀਜ਼ਾ।
ਬ੍ਰਿਟੇਨ ਨੇ ਦੱਖਣੀ ਅਫਰੀਕਾ ਦੇਸ਼ਾਂ ਦੇ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਦੇ ਪ੍ਰਸਾਰ ਨੂੰ ਦੇਖਦੇ ਹੋਏ ਦੱਖਣੀ ਅਫਰੀਕਾ, ਬੋਤਸਵਾਨਾ, ਲੋਸੋਥੋ, ਇਸਵਾਤੀਨੀ, ਜ਼ਿੰਬਾਬਵੇ ਅਤੇ ਨਾਮੀਬੀਆ ਦੇ ਲਈ 28 ਨਵੰਬਰ ਤੱਕ ਉਡਾਣ ਤੇ ਪਾਬੰਦੀ ਲਗਾ ਦਿੱਤੀ ਹੈ। ਸਰਕਾਰ ਨੇ ਇੱਥੇ ਜਾਰੀ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਸ਼ੁੱਕਰਵਾਰ 26 ਨਵੰਬਰ ਤੋਂ ਦੱਖਣੀ ਅਫਰੀਕਾ, ਬੋਤਸਵਾਨਾ, ਲੋਸੋਬੋ, ਇਸਵਾਤੀਨੀ, ਜ਼ਿੰਬਾਬਵੇ ਅਤੇ ਨਾਮੀਬੀਆ ਨੂੰ ਬ੍ਰਿਟੇਨ ਦੀ ਯਾਤਰਾ ਦੇ ਲਾਲ ਸੂਚੀ ਦੇ ਵਿੱਚ ਸ਼ਾਮਿਲ ਕੀਤਾ ਜਾਏਗਾ। ਇਹਨਾਂ 6 ਦੇਸ਼ਾਂ ਤੋਂ ਸਿੱਧੀਆਂ ਉਡਾਣਾਂ ਤੇ ਸ਼ੁੱਕਰਵਾਰ ਦੁਪਹਿਰ ਤੋਂ 28 ਨਵੰਬਰ ਤੱਕ ਪਾਬੰਦੀ ਰਹੇਗੀ। ਬਿਆਨ ਦੇ ਮੁਤਾਬਿਕ ਸ਼ੁੱਕਰਵਾਰ ਤੋਂ ਗੈਰ ਬ੍ਰਿਟੇਨ ਅਤੇ ਆਇਰਿਸ਼ ਨਾਗਰਿਕ ਜਿਨ੍ਹਾਂ ਨੇ ਪਿਛਲੇ 10 ਦਿਨਾਂ ਦੇ ਵਿੱਚ ਇਹਨਾਂ 6 ਅਫਰੀਕੀ ਦੇਸ਼ਾਂ ਦੇ ਵਿੱਚ ਯਾਤਰਾ ਕੀਤੀ ਹੈ, ਉਹਨਾਂ ਨੇ ਬ੍ਰਿਟੇਨ ਦੇ ਵਿੱਚ ਪ੍ਰਵੇਸ਼ ਦੀ ਮਨਾਹੀ ਹੈ। ਕੋਰੋਨਾ ਵਾਇਰਸ ਨੂੰ ਦੇਖਦੇ ਇਟਲੀ ਸਰਕਾਰ ਨੇ ਅਫਰੀਕਨ ਮੁਲਕਾਂ ਦੀਆਂ ਹਵਾਈ ਉਡਾਣਾਂ ਤੇ ਇਟਲੀ ਆਉਣ ਤੇ ਰੋਕ ਲਗਾ ਦਿੱਤੀ ਹੈ। ਇਟਲੀ ਦੇ ਸਿਹਤ ਮੰਤਰੀ ਰੋਬਰਟੋ ਸਪੇਰਾਂਸਾ ਨੇ ਇਸ ਆਦੇਸ਼ ਤੇ ਦਸਤਖਤ ਕਰਦਿਆਂ ਐਲਾਨ ਕਰ ਦਿੱਤਾ ਹੈ ਕਿ ਇੱਕ ਉਹ ਮੁਸਾਫਿਰ ਦੇ ਲਈ ਇਟਲੀ ਪ੍ਰਵੇਸ਼ ਕਰਨ ਤੇ ਪਾਬੰਦੀ ਹੋਏਗੀ ਜੋ ਕਿ ਪਿਛਲੇ 14 ਦਿਨ ਅਫਰੀਕਨ ਦੇਸ਼ਾਂ ਦੇ ਵਿੱਚ ਰਿਹਾ ਹੋਵੇ। ਦੱਸਣਯੋਗ ਹੈ ਕਿ ਦੱਖਣੀ ਅਫਰੀਕਾ ਦੇ ਵਿੱਚ ਨਵੀਂ ਤਰ੍ਹਾਂ ਦਾ ਕੋਰੋਨਾ ਵਾਇਰੈਂਟ ਫੈਲ ਚੁੱਕਾ ਹੈ। ਬਰਤਾਨੀਆ ਅਤੇ ਇਜ਼ਰਾਈਲ ਦੁਆਰਾ ਵੀ ਅਫਰੀਕਨ ਮੁਲਕਾਂ ਦੀਆਂ ਹਵਾਈ ਉਡਾਣਾਂ ਤੇ ਪਾਬੰਦੀ ਐਲਾਨੀ ਗਈ ਹੈ। ਇਸ ਨਾਲ ਅੱਜ ਦੀਆਂ ਖਾਸ ਖਬਰਾਂ ਦੇਸ਼ ਵਿਦੇਸ਼ ਦੀਆਂ ਹੋਰ ਖਬਰਾਂ ਦੇਖਣ ਦੇ ਵਾਸਤੇ ਤੁਸੀਂ ਸਾਡੇ YouTube ਚੈਨਲ ਪੰਜਾਬ ਮੇਲ USA TV ਨੂੰ ਕਰੋ ਸਬਸਕ੍ਰਾਈਬ। ਧੰਨਵਾਦ।